ਜਕਾਰਾ ਪਾਉਣਾ ਹਰੀ ਬਾਬਾ ਜੀ ਦਾ। ਜਕਾਰਾ ਦੂਦਾਧਾਰੀ ਬਾਬਾ ਜੀ ਦਾ। ਇੱਕ ਸਾਧੂ ਹਰਿਦੁਆਰ ਵਿੱਚ ਰਹਿੰਦੇ ਸੀ ਅਤੇ ਉਹ ਪਰਮਾਤਮਾ ਦੀ ਬੜੀ ਭਗਤੀ ਕਰਨੀ, ਸੰਗਤ ਨੂੰ ਵੀ ਬੜਾ ਮਿੱਠਾ ਮਿੱਠਾ ਬੋਲਣਾ, ਕਦੀ ਕ੍ਰੋਧ ਨਹੀਂ ਕਰਨਾ, ਹਮੇਸ਼ਾ ਹੀ ਮਿਠਾਸ ਰੱਖਦੇ ਸੀ। ਅਤੇ ਇੱਕ ਟਾਈਮ ਆਇਆ, ਉਹਨਾਂ ਦੀ ਉਮਰ 87 ਕੁ ਸਾਲ ਦੀ ਹੋ ਗਈ। ਬਹੁਤ ਸ਼ਿਸ਼ ਸੀ ਉਹਨਾਂ ਦੇ। ਇੱਕ ਦਿਨ ਮਨ 'ਚ ਉਹਨਾਂ ਦੇ ਆਇਆ ਕਿ 87 ਸਾਲ ਦੀ ਉਮਰ ਹੋ ਗਈ ਪਰ ਮੈਨੂੰ ਕਦੀ ਵੀ ਪਰਮਾਤਮਾ ਦੇ ਦਰਸ਼ਨ ਨਹੀਂ ਹੋਏ, ਕਿ ਮੈਂ ਬਾਣਾ ਵੀ ਪਾਇਆ ਸਾਧੂਆਂ ਵਾਲਾ, ਕਰਮ ਵੀ ਸਾਰੇ ਸਾਧੂਆਂ ਵਾਲੇ ਆ, ਸਾਰਿਆਂ ਨਾਲ ਮਿੱਠਾ ਬੋਲਦਾ ਹਾਂ, ਪਰ ਮੇਰੀ ਉਮਰ ਜਿਹੜੀ ਆ 87 ਸਾਲ ਤੋਂ ਵੀ ਉੱਤੇ ਹੋ ਚੱਲੀ ਆ, ਪਰ ਮੈਨੂੰ ਦਰਸ਼ਨ ਨਹੀਂ ਕਦੀ ਪਰਮਾਤਮਾ ਦੇ ਹੋਏ। ਰੋਜ਼ ਮਨ ਵਿੱਚ ਇੱਦਾਂ ਸੋਚਣਾ ਉਹਨਾਂ ਨੇ। ਇੱਕ ਦਿਨ ਉਹ ਇਕਾਂਤ ਵਿੱਚ ਚਲੇ ਗਏ ਅਤੇ ਜਾ ਕੇ ਆਕਾਸ਼ ਵੱਲ ਨੂੰ ਮੂੰਹ ਕਰਕੇ ਉੱਪਰ ਵੱਲ ਨੂੰ ਦੇਖਣ ਲੱਗ ਪਏ। ਹੱਥ ਖੋਲ੍ਹ ਕੇ ਬਾਹਾਂ ਖੋਲ੍ਹੀਆਂ ਅਤੇ ਤਾਹਾਂ ਮਾਰ ਮਾਰ ਕੇ ਰੋਏ। ਆਕਾਸ਼ ਵੱਲ ਨੂੰ ਦੇਖ ਕੇ ਤਾਹਾਂ ਮਾਰ ਮਾਰ ਕੇ ਰੋਣ ਲੱਗ ਪਏ ਕਿ ਰੱਬਾ, ਕਿ ਮੇਰੀ ਇੰਨੀ ਉਮਰ ਬੀਤ ਗਈ ਪਰ ਮੈਨੂੰ ਤੇਰੇ ਕਿਉਂ ਨਹੀਂ ਦਰਸ਼ਨ ਹੋਏ, ਕਿਉਂ ਨਹੀਂ ਦਰਸ਼ਨ ਹੋਏ, ਕਿਉਂ ਨਹੀਂ ਦਰਸ਼ਨ ਹੋਏ। ਬਾਰ ਬਾਰ ਇੱਦਾਂ ਹੀ ਕਹੀ ਜਾਣਾ ਕਿ ਰੱਬਾ ਮੈਨੂੰ ਤੇਰੇ ਕਿਉਂ ਨਹੀਂ ਦਰਸ਼ਨ ਹੋਏ। ਇੰਨੇ ਨੂੰ ਆਕਾਸ਼ਬਾਣੀ ਹੋਈ। ਆਕਾਸ਼ਬਾਣੀ ਜਦੋਂ ਹੋਈ ਉਹਦੇ ਵਿੱਚੋਂ ਆਵਾਜ਼ ਆਈ ਕਿ ਤੁਹਾਨੂੰ ਕਿਉਂ ਨਹੀਂ ਦਰਸ਼ਨ ਹੋਏ। ਪਰਮਾਤਮਾ ਨੇ ਇੱਕ ਸਥਾਨ ਦੇ ਦਿੱਤਾ, ਕਹਿੰਦੇ ਤੁਸੀਂ ਉੱਥੇ ਚਲੇ ਜਾਓ, ਉੱਥੇ ਇੱਕ ਸਾਧੂ ਆ ਹੋਰ, ਤੁਸੀਂ ਉਹਨਾਂ ਨੂੰ ਮਿਲੋ, ਉਹ ਤੁਹਾਨੂੰ ਦੱਸ ਦੇਣਗੇ ਕਿ ਤੁਹਾਨੂੰ ਕਿਉਂ ਨਹੀਂ ਦਰਸ਼ਨ ਹੋਏ। ਹੁਣ ਉਹਨਾਂ ਨੇ ਮਨ ਵਿੱਚ ਅਭਿਲਾਸ਼ਾ ਸੀਗੀ ਕਿ ਮੈਂ ਉਮਰ ਜ਼ਿਆਦਾ ਹੋ ਗਈ ਆ, ਪਤਾ ਨਹੀਂ ਕਦੋਂ ਬੁਲਾਵਾ ਆ ਜਾਣਾ, ਕਦੋਂ ਪਰਮਾਤਮਾ ਨੇ ਵਾਪਸ ਬੁਲਾ ਲੈਣਾ। ਅਭਿਲਾਸ਼ਾ ਲੈ ਕੇ ਦੂਸਰੇ ਸੰਤਾਂ ਦੇ ਦਰਸ਼ਨ ਕਰਨੇ ਤੁਰ ਪਏ। ਅਤੇ ਉਹ ਜਿਹੜੇ ਸਾਧੂ ਸੀ ਉਹਨਾਂ ਕੋਲ ਵੀ ਸ਼ਿਸ਼ ਬਹੁਤ ਸੀਗੇ। ਦੂਸਰੇ ਹੁਣ ਸਾਧੂ ਆ, ਉਹਨਾਂ ਦੀ 87 ਸਾਲ ਦੀ ਉਮਰ ਆ, ਦੂਸਰੇ ਸਾਧੂ ਦੀ ਉਮਰ ਬਹੁਤ ਛੋਟੀ ਆ, ਕੋਈ 24-25 ਸਾਲ ਦੀ ਆ, ਪਰ ਉਹਨਾਂ ਕੋਲ ਵੀ ਸੰਗਤ ਬਹੁਤ ਆ। ਹੁਣ ਇੱਕ 25 ਸਾਲ ਦੀ ਉਮਰ ਆ, ਇੱਕ 87 ਸਾਲ ਦੀ ਆ। 25 ਸਾਲ ਵਾਲੇ ਜਿਹੜੇ ਸਾਧੂ ਆ ਉਹਨਾਂ ਕੋਲ ਵੀ ਸੰਗਤ ਬਹੁਤ ਆ, ਪਰ ਉਹ ਇੱਕ ਦਿਨ ਆਪਣੀ ਸੰਗਤ ਨੂੰ ਸਾਰੀ ਨੂੰ ਛੱਡ ਕੇ ਜੰਗਲਾਂ 'ਚ ਚਲੇ ਗਏ। ਉਸ ਜੰਗਲ ਦੇ ਨੇੜੇ ਖੇਤ ਹੁੰਦੇ ਸੀ, ਖੇਤਾਂ ਵਿੱਚ ਇੱਕ ਕਿਸਾਨ ਸੀ, ਪਰ ਉਹਨਾਂ ਦਾ ਹੀ ਭਗਤ ਸੀ ਉਹ। ਜਿਹੜੇ 25 ਸਾਲ ਵਾਲੇ ਸਾਧੂ ਆ ਉਹਨਾਂ ਦਾ ਆਪਣਾ ਹੀ ਭਗਤ ਸੀ, ਪਰ ਉਹ ਗਰੀਬ ਬਹੁਤ ਸੀ, ਬਹੁਤ ਜ਼ਿਆਦਾ ਗਰੀਬ ਸੀ, ਕਦੀ ਕਿਤੇ ਆਉਂਦਾ ਹੁੰਦਾ ਸੀ। ਉਹਨੇ ਵੀ ਉਹਨਾਂ ਸੰਤਾਂ ਕੋਲ ਨਾਮ ਭਜਨ ਲਿਆ ਸੀ। ਉਹਦੇ ਖੇਤਾਂ ਵਿੱਚ ਗਏ, ਉਹ ਆਪਣੇ ਗੁਰੂਆਂ ਨੂੰ ਦੇਖ ਕੇ ਖੁਸ਼ ਬਹੁਤ ਹੋਇਆ। ਕਹਿੰਦਾ ਮਹਾਰਾਜ ਮੇਰੇ ਕੋਲ ਤਾਂ ਖਾਣ ਨੂੰ ਹੀ ਕੁਛ ਨਹੀਂ। ਉਹ ਕਹਿੰਦੇ ਕੋਈ ਗੱਲ ਨਹੀਂ, ਕਹਿੰਦੇ ਸਾਨੂੰ 2 ਰੋਟੀਆਂ ਤਾਂ ਦਿਆ ਕਰੂੰਗਾ 24 ਘੰਟਿਆਂ 'ਚ। ਕਹਿੰਦੇ ਮਹਾਰਾਜ ਮੈਂ ਸੇਵਾ ਕਰੂੰਗਾ। ਉਹ ਕਹਿੰਦੇ ਮੈਨੂੰ ਕੋਈ ਸਬਜ਼ੀ ਨਹੀਂ ਚਾਹੀਦੀ, ਕੁਛ ਨਹੀਂ ਚਾਹੀਦਾ, ਪਰ ਕਹਿੰਦੇ ਸਾਡੀ ਇੱਕ ਸ਼ਰਤ ਆ, ਜਿਹੜੀਆਂ ਸਾਨੂੰ ਤੁਸੀਂ 2 ਰੋਟੀਆਂ ਦੇਣੀਆਂ, ਇੱਕ ਪਟਾਰੀ ਹੁੰਦੀ ਨਾ ਜਿਹਦੇ 'ਚ ਸੱਪ ਰੱਖੇ ਹੁੰਦੇ ਆ, ਉਹ ਜਿਹੜੀ ਪਟਾਰੀ ਆ, ਉਹ ਕਹਿੰਦੇ ਪਟਾਰੀ ਦੇ ਵਿੱਚ ਰੱਖ ਕੇ 2 ਰੋਟੀਆਂ ਅਤੇ ਅਚਾਰ ਰੱਖ ਕੇ ਦੇਣਾ, ਨਾਲ ਪਾਣੀ ਦਾ ਕਮੰਡਲ ਰੱਖ ਦੇਣਾ। ਪਰ ਉਹਨਾਂ ਨੇ ਇੱਕ ਲਾਈਨ ਲਗਾ ਤੀ ਧਰਤੀ ਉੱਤੇ, ਕਹਿੰਦੇ ਇਹ ਤੋਂ ਅੱਗੇ ਨਹੀਂ ਤੂੰ ਆਉਣਾ। ਉਹ ਥੋੜ੍ਹਾ ਜਿਹਾ ਅੱਗੇ ਸਾਨੂੰ ਭੋਰਾ ਪੱਟਦੇ ਧਰਤੀ ਦੇ ਵਿੱਚ, ਅਸੀਂ ਧਰਤੀ ਦੇ ਅੰਦਰ ਜਾ ਕੇ ਭਗਤੀ ਕਰਿਆ ਕਰਨੀ ਹੈ, ਪਰ ਤੂੰ ਸਾਨੂੰ ਦੇਖਣ ਵੀ ਨਹੀਂ ਆਉਣਾ। ਜਿਹੜੀ ਰੋਟੀ ਅਤੇ ਜਲ ਵਾ ਇੱਥੇ ਰੱਖ ਕੇ ਚਲਾ ਜਾਣਾ। ਉਹ ਕਹਿੰਦਾ ਠੀਕ ਆ ਬਾਬਾ ਜੀ। ਇੰਨੇ ਨੂੰ ਰੋਜ਼ਾਨਾ ਰੂਟੀਨ 'ਚ ਉਹਨਾਂ ਦਾ ਭਗਤ
ਰੋਜ਼ ਰੋਟੀ ਲੈ ਕੇ ਜਾਂਦਾ, ਰੋਜ਼ ਪਾਣੀ ਲੈ ਕੇ ਜਾਂਦਾ, ਪਰ ਸੰਤਾਂ ਨੂੰ ਕਦੀ ਨਹੀਂ ਮਿਲਦਾ। ਵਿਸ਼ਵਾਸ ਹੀ ਆ, ਦ੍ਰਿੜ ਵਿਸ਼ਵਾਸ ਹੀ ਕੀਤਾ, ਭਾਵੇਂ ਉਹ ਸੰਤ ਉੱਥੇ ਨਾ ਵੀ ਹੁੰਦੇ, ਉਹ ਕਿਹੜਾ ਉਹਨਾਂ ਨੂੰ ਦੇਖਦਾ। ਉਹਨੇ ਵਿਸ਼ਵਾਸ ਕੀਤਾ, ਪਰ ਜਿੱਦਾਂ ਇਹਦਾ ਰੋਟੀ ਲੈ ਕੇ ਜਾਂਦਾ ਰਿਹਾ, ਪਾਣੀ ਦੇਣ ਜਾਂਦਾ ਰਿਹਾ, ਅਚਾਰ ਅਤੇ 2 ਰੋਟੀਆਂ ਰੱਖ ਕੇ ਆ ਜਾਂਦਾ ਸੀ। ਸੰਤਾਂ ਨੂੰ ਜਦੋਂ ਭੁੱਖ ਲੱਗਦੀ ਸੀ ਖਾ ਲੈਂਦੇ ਸੀ, ਪਰ ਉਹ ਸੰਤਾਂ ਨੂੰ ਕਦੀ ਮਿਲਦਾ ਨਹੀਂ ਸੀ। ਇੱਦਾਂ ਸਮਾਂ ਬੀਤਦਾ ਗਿਆ। ਉਹ ਭਗਤ ਵੀ ਅਮੀਰ ਹੁੰਦਾ ਚਲਾ ਗਿਆ, ਬਹੁਤ ਵੱਡਾ ਘਰ ਬਣਿਆ ਉਹਦਾ, ਨੌਕਰ ਚਾਕਰ, ਕਿਤੇ ਰੌਣਕਾਂ ਲੱਗ ਗਈਆਂ। ਹੁਣ ਜਿਹੜੇ ਦੂਸਰੇ ਸੰਤ ਆ 87 ਸਾਲ ਵਾਲੇ, ਜਿਹੜੇ ਕਹਿੰਦੇ ਆ ਕਿ ਮੈਨੂੰ ਕਿਉਂ ਨਹੀਂ ਦਰਸ਼ਨ ਹੋਏ ਪਰਮਾਤਮਾ, ਉਹਨਾਂ ਨੂੰ ਹੁਣ ਰੱਬ ਨੇ ਹੀ ਕਿਹਾ ਆਕਾਸ਼ਬਾਣੀ ਕਰਕੇ ਕਿ ਤੁਸੀਂ ਉਹਨਾਂ ਕੋਲ ਚਲੇ ਜਾਓ। ਉਹ ਜਦੋਂ ਹੁਣ ਸੰਤ ਉਹਨਾਂ ਨੂੰ ਲੱਭਦੇ ਕੁਦਰਤ ਮੇਲ ਕਰਾਉਂਦੀ ਆ, ਬੰਦਾ ਨਹੀਂ ਕਿਸੇ ਦੇ ਕੋਈ ਮੇਲ ਕਰਾਉਂਦਾ। ਜਿੱਦਾਂ ਹੁਣ ਬਾਬਾ ਜੀ ਨੇ ਤੁਹਾਨੂੰ ਭੇਜਿਆ ਸਲੇਰਨ ਧਾਮ, ਤੁਸੀਂ ਸਾਨੂੰ ਨਹੀਂ ਜਾਣਦੇ, ਅਸੀਂ ਤੁਹਾਨੂੰ ਨਹੀਂ ਜਾਣਦੇ। ਕੋਈ ਕਿਤਿਓਂ ਸੇਵਾ ਕਰਨ ਆ ਗਿਆ, ਕੋਈ ਕਿਤਿਓਂ ਸੇਵਾ ਕਰਨ ਆ ਗਿਆ, ਕੋਈ ਸਦਾ ਲਈ ਰਹਿਣ ਆ ਗਿਆ, ਕੋਈ ਆਪਣਾ ਘਰ ਬਾਰ ਹੀ ਛੱਡ ਕੇ ਆ ਗਿਆ ਕਿ ਬਸ ਅਸੀਂ ਉੱਥੇ ਸਲੇਰਨ ਧਾਮ ਜਾ ਕੇ ਆਪਣਾ ਜੀਵਨ ਹੀ ਬਤੀਤ ਕਰ ਦੇਣਾ, ਕਿ ਅਸੀਂ ਘਰ ਨੂੰ ਹੀ ਨਹੀਂ ਵਾਪਸ ਜਾਣਾ। ਕੋਈ ਕਿੱਦਾਂ ਦੀ ਸੇਵਾ ਕਰਨ ਆ ਗਿਆ। ਜੇ ਲੰਗਰ ਬਾਬਾ ਜੀ ਦਾ 24 ਘੰਟੇ ਚੱਲਦਾ ਤਾਂ ਬਾਬਾ ਜੀ ਨੇ ਹਲਵਾਈ ਭੇਜ ਦਿੱਤੇ। ਸਮੇਂ ਅਨੁਸਾਰ ਭੇਜਿਆ ਕਿ ਇਹਨਾਂ ਨੇ ਤੁਹਾਨੂੰ, ਬਾਬਾ ਜੀ ਨੇ ਭੇਜਿਆ, ਮੈਂ ਨਹੀਂ ਤੁਹਾਨੂੰ ਸੱਦਿਆ। ਬਾਬਾ ਜੀ ਨੇ ਤੁਹਾਨੂੰ ਭੇਜਿਆ ਕਿ ਜਾਓ ਭਗਤੋ, ਉਹਨਾਂ ਦਾ ਜਾ ਕੇ ਸਾਥ ਦਿਓ। ਠੀਕ ਆ, ਪਰਮਾਤਮਾ ਇੱਦਾਂ ਸਾਥ ਦਿੰਦੇ ਹੁੰਦੇ ਆ। ਹੁਣ ਜਿਹੜੇ 87 ਸਾਲ ਵਾਲੇ ਸੰਤ ਆ, ਉਹਨਾਂ ਦਾ ਵੀ ਸਾਥ ਭਗਵਾਨ ਦੇਣ ਲੱਗੇ ਵਾ। ਉਹ ਕਹਿੰਦੇ ਫਲਾਨੀ ਜਗ੍ਹਾ ਚਲੇ ਜਾਓ, ਤੁਹਾਨੂੰ ਪਤਾ ਲੱਗ ਜਾਊਗਾ ਤੁਹਾਨੂੰ ਕਿਉਂ ਨਹੀਂ ਦਰਸ਼ਨ ਹੋਏ। ਹੁਣ ਉਹ ਸੰਤ ਉਹਨਾਂ ਨੂੰ ਲੱਭਦੇ ਕਦੀ ਕਿਸੇ ਪਿੰਡਾਂ ਵਿੱਚ, ਕਦੀ ਕਿਸੇ ਪਿੰਡਾਂ ਵਿੱਚ, ਕਿਉਂਕਿ ਭਗਵਾਨ ਨੇ ਕਿਹਾ ਸੀਗਾ ਕਿ ਉਸ ਪਰਬਤ ਦੇ ਨੇੜੇ ਚਲੇ ਜਾਓ, ਹੈ ਨਾ। ਹੁਣ ਜਦੋਂ ਟਿਕਾਣੇ 'ਤੇ ਪਹੁੰਚਦੇ ਆ ਤਾਂ ਕਿਸੇ ਨੂੰ ਪੁੱਛਦੇ ਆ ਕਿ ਕੋਈ ਫਕੀਰ ਹੈਗਾ ਜਿਹੜਾ ਇੱਦਾਂ ਭੋਰੇ ਵਿੱਚ ਵੜ ਕੇ ਭਗਤੀ ਕਰਦਾ। ਕਹਿੰਦੇ ਕੋਈ ਵੀ ਨਹੀਂ ਹੈਗਾ, ਕਿ ਉਹ ਰੌਲਾ ਹੀ ਨਹੀਂ ਸੀਗਾ, ਕਿ ਸਾਰੇ ਬਾਹਰ ਹੀ ਭਗਤੀ ਕਰਦੇ ਸੀਗੇ, ਜ਼ਮੀਨ 'ਚ ਬੈਠ ਕੇ ਕੋਈ ਭਗਤੀ ਹੀ ਨਹੀਂ ਸੀ ਕਰਦਾ। ਬੜਾ ਟਾਈਮ ਲੱਗਿਆ ਉਹਨਾਂ ਨੂੰ, ਪਰ ਕੁਦਰਤ ਖੇਲ ਰਚਾਉਂਦੀ, ਮੇਲ ਮਿਲਾਪ ਆਪੇ ਹੀ ਭਗਵਾਨ ਕਰਾਉਂਦਾ। ਹੁਣ ਸਮਾਂ ਬੀਤਦਾ ਉਹ 87 ਸਾਲ ਵਾਲੇ ਜਿਹੜੇ ਸੰਤ ਆ, ਉਸ ਕਿਸਾਨ ਦੇ ਖੇਤਾਂ ਵਿੱਚ ਚਲੇ ਜਾਂਦੇ ਆ। ਉਹਨਾਂ ਨੂੰ ਪਿਆਸ ਲੱਗੀ ਹੁੰਦੀ ਆ, ਉਹ ਜਲ ਪੀਂਦੇ, ਉਹ ਬ੍ਰਿਕਸ਼ ਥੱਲੇ ਮੰਜੀ ਹੁੰਦੀ ਆ, ਉਹ ਕਹਿੰਦੇ ਬਾਬਾ ਜੀ ਬੈਠੋ ਲੰਗਰ ਛਕੋ। ਉਹ ਕਹਿੰਦੇ ਵੀ 87 ਸਾਲ ਵਾਲੇ ਸੰਤ ਕਿਸਾਨ ਨੂੰ ਕਹਿਣ ਲੱਗੇ, ਕਹਿੰਦੇ ਪੁੱਤਰਾ, ਕਹਿੰਦੇ ਮੈਨੂੰ ਖਾਣੇ ਦੀ ਨਹੀਂ ਅਭਿਲਾਸ਼ਾ, ਉਮਰ ਜ਼ਿਆਦਾ ਆ, ਮੈਂ ਕਿਸੇ ਨਾ ਸੰਤਾਂ ਦੀ ਖੋਜ ਵਿੱਚ ਹਾਂ, ਕੋਈ ਧਰਤੀ ਵਿੱਚ ਭੋਰਾ ਪੱਟ ਕੇ ਭਗਤੀ ਕਰਦੇ ਉਹ, ਮੈਨੂੰ ਹੁਣ ਰੱਬ ਦਾ ਹੁਕਮ ਆਇਆ, ਕਹਿੰਦੇ ਆਕਾਸ਼ਬਾਣੀ ਹੋਈ ਸੀ ਕਿ ਤੂੰ ਉਹਨਾਂ ਨੂੰ ਜਾ ਕੇ ਮਿਲ। ਉਹ ਹੁਣ ਕਿਸਾਨ ਜਿਹੜਾ ਆ, ਉਹ ਕਹਿੰਦਾ ਬਾਬਾ ਜੀ ਮੇਰੇ ਗੁਰੂ ਆ, ਇੱਥੇ ਭਗਤੀ ਕਰਦੇ, ਸਾਡੇ ਖੇਤਾਂ 'ਚ ਉਹਨਾਂ ਨੇ ਭੋਰਾ ਪੱਟਿਆ ਆ, ਪਰ ਉਹ ਮਿਲੇ ਤਾਂ ਮੈਨੂੰ ਵੀ ਨਹੀਂ ਕਦੀ। ਕਹਿੰਦੇ ਮੈਂ ਹਮੇਸ਼ਾ ਹੀ ਰੋਟੀ ਰੱਖ ਕੇ, ਜਲ ਰੱਖ ਕੇ ਵਾਪਸ ਆ ਜਾਂਦਾ, ਪਤਾ ਨਹੀਂ ਰਾਤ ਨੂੰ ਖਾਂਦੇ ਕਿ ਦਿਨੇ ਖਾਂਦੇ, ਪਤਾ ਕੁਛ ਨਹੀਂ, ਪਰ ਉਹ ਕਹਿੰਦੇ ਮੈਨੂੰ ਮਿਲਾ। ਹੁਣ 87 ਸਾਲ ਵਾਲੇ ਜਿਹੜੇ ਸਾਧੂ, ਉਹ ਕਹਿੰਦੇ ਮੈਨੂੰ ਜ਼ਰੂਰ ਮਿਲਾਓ। ਕਹਿੰਦੇ ਠੀਕ ਆ ਜੀ। ਉਹ ਕਹਿੰਦੇ ਪਰ ਆਪਾਂ ਥੱਲੇ ਨਹੀਂ ਜਾਣਾ ਉਹਨਾਂ ਕੋਲ, ਜਿੱਥੇ ਰੋਟੀਆਂ ਮੈਂ ਰੱਖਦਾ ਉੱਥੇ ਤੱਕ ਤੁਸੀਂ ਮੇਰੇ ਨਾਲ ਚਲੋ। ਹੁਣ ਜੇ ਰੱਬ ਨੇ ਉਹਨਾਂ ਨੂੰ ਹੁਕਮ ਲਾਇਆ ਤਾਂ 25 ਸਾਲ ਵਾਲੇ ਸਾਧੂ ਨੂੰ ਵੀ ਤਾਂ ਹੁਕਮ ਲਾਇਆ ਉਹ ਉੱਠੇ, ਔਰ ਰੋਟੀ ਲੈ ਕੇ ਇੱਧਰੋਂ ਇਹ ਤੁਰੇ ਜਾਂਦੇ ਆ। ਅੱਜ ਉਹ ਵੀ ਉੱਠ ਕੇ ਬਾਹਰ ਆ ਗਏ ਆ। ਅਤੇ ਜਿਹੜੇ 87 ਸਾਲ ਵਾਲੇ ਸਾਧੂ ਆ, ਉਹਨਾਂ ਦੀ ਜੁੱਤੀ ਲੈ ਗਈ ਆਪਣੇ ਆਪ ਹੀ, ਦੇਖ ਕੇ ਦਰਸ਼ਨ ਕਰਕੇ ਨੂਰ ਦੇਖਿਆ ਉਹਨਾਂ ਨੇ, ਜੁੱਤੀ ਲੈ ਗਈ, ਹੱਥ ਸਤਿਕਾਰ ਨਾਲ ਜੁੜ ਗਏ, ਸਿਰ ਨੀਵਾਂ ਹੋ ਗਿਆ। ਤਾਂ 25 ਸਾਲ ਵਾਲੇ ਸੰਤਾਂ ਨੇ ਕੀ ਕੀਤਾ, ਉਹਨਾਂ ਦੀ ਜੁੱਤੀ ਚੱਕ ਕੇ ਆਪਣੇ ਸਿਰ ਨਾਲ ਲਾਈ, ਚੁੰਮ ਕੇ ਉਹਨਾਂ ਦੇ ਪੈਰਾਂ ਦੇ ਕੋਲ ਰੱਖ ਦਿੱਤੀ।
ਬੋਲੇ ਕੁਛ ਨਹੀਂ, ਬਸ ਉਹ ਫੇਰ ਭੋਰੇ ਚੰਤੇ ਚਲੇ ਗਏ, ਇੱਕ ਲਫ਼ਜ਼ ਹੀ ਨਹੀਂ ਬੋਲੇ। ਹੁਣ ਤੁਸੀਂ ਸਾਰੇ ਜਾਣੇ, ਸਾਰਿਆਂ ਨੇ ਕਥਾ ਸੁਣੀ ਹੈ, ਜਲਦੀ ਜਲਦੀ ਵਿਚਾਰ ਕਰਕੇ ਦੱਸਣਾ। ਉਹ ਫੇਰ ਹੁਣ ਖੁਸ਼ ਹੋ ਗਏ 87 ਸਾਲ ਵਾਲੇ ਸੰਤ, ਕਹਿੰਦੇ ਮੈਨੂੰ ਜਵਾਬ ਮਿਲ ਗਿਆ, ਮੈਨੂੰ ਕਿਉਂ ਨਹੀਂ ਦਰਸ਼ਨ ਹੋਏ। ਕੀ ਜਵਾਬ ਮਿਲਿਆ? ਵੀ ਉਹ ਤਾਂ 25 ਸਾਲ ਵਾਲੇ ਬਾਬਾ ਜੀ ਤਾਂ ਬੋਲੇ ਹੀ ਨਹੀਂ। ਹੈ ਨਾ, ਉਹ ਤਾਂ ਕੁਛ ਵੀ ਨਹੀਂ ਬੋਲੇ। ਜਵਾਬ ਕੀ ਮਿਲਿਆ? ਹੁਣ ਉਹ ਵਾਪਸ ਚਲੇ ਜਾਂਦੇ ਆ, ਕਹਿੰਦੇ ਮੈਨੂੰ ਜਵਾਬ ਮਿਲ ਗਿਆ, ਮੈਨੂੰ ਕਿਉਂ ਨਹੀਂ ਦਰਸ਼ਨ ਹੋਏ। ਉਹਨਾਂ ਨੇ ਜਾ ਕੇ ਆਪਣੇ ਸੇਵਕਾਂ ਨੂੰ ਦੱਸਿਆ। ਉਹ ਕਹਿੰਦੇ ਮੈਂ ਮੂੰਹ ਦਾ ਮਿੱਠਾ ਸੀ, ਪਰ ਅੰਦਰ ਮੇਰੇ ਕ੍ਰੋਧ ਸੀ। ਮੇਰਾ ਅੰਦਰ ਨਹੀਂ ਤੁਸੀਂ ਪਹਿਚਾਣ ਸਕੇ, ਮੈਂ ਬਾਹਰੋਂ ਬਹੁਤ ਮਿੱਠਾ ਸੀ। ਆਪਣੇ ਸ਼ਿਸ਼ਿਆਂ ਨੂੰ ਸਾਰਿਆਂ ਨੂੰ ਕਹਿੰਦੇ ਆ, ਕਹਿੰਦੇ ਮੈਂ ਮਰ ਜਾਣਾ ਇੱਦਾਂ ਹੀ, ਕਹਿੰਦੇ ਮੈਂ ਸਿਆਣਾ ਹੋ ਗਿਆ, ਮਰ ਜਾਣਾ। ਕਹਿੰਦੇ ਮੈਨੂੰ ਤਾਂ ਨਹੀਂ ਦਰਸ਼ਨ ਹੋਏ, ਮੇਰੇ ਵਿੱਚ ਦਇਆ ਔਰ ਨਿਮਰਤਾ ਨਹੀਂ ਸੀਗੀ, ਸਿਰਫ ਮੇਰੇ ਮੂੰਹ 'ਤੇ ਮਿਠਾਸ ਸੀਗੀ, ਮੈਨੂੰ ਕੋਈ ਨਹੀਂ ਪਹਿਚਾਣ ਸਕਿਆ। ਐਂਡ ਟਾਈਮ 'ਤੇ ਸੱਚ ਬੋਲ ਕੇ ਗਿਆ ਆਪਣੇ ਸ਼ਿਸ਼ਿਆਂ ਨੂੰ, ਆਪਣੀ ਫੈਮਿਲੀ ਨੂੰ ਵੀ ਸੱਚ ਬੋਲ ਗਏ। ਕਹਿੰਦੇ ਮੈਂ ਇਕੱਲਾ ਮੂੰਹ ਦੀ ਮਿਠਾਸ ਸੀਗੀ, ਮੇਰੇ ਅੰਦਰ ਕ੍ਰੋਧ ਸੀ, ਅੰਦਰੋਂ ਤੁਸੀਂ ਵੀ ਕੋਈ ਪਹਿਚਾਣ ਨਹੀਂ ਸਕੇ, ਕਿਉਂਕਿ ਸੱਚ ਬੋਲ ਗਏ। ਫਿਰ ਉਹਨਾਂ ਸੰਤਾਂ ਨੂੰ 87 ਸਾਲ ਵਾਲਿਆਂ ਨੂੰ ਉਦਣ ਦਰਸ਼ਨ ਹੋਏ ਸੀ ਜਿੱਦਣ ਉਹਨਾਂ ਦੀ ਡੈਥ ਹੋਣ ਲੱਗੀ ਸੀ, ਕੁਛ ਪਲ ਪਹਿਲਾਂ ਦਰਸ਼ਨ ਹੋਏ। ਪਰਮਾਤਮਾ ਬੜਾ ਬੇਅੰਤ ਵਾ, ਜਦੋਂ ਨਹੀਂ ਦਰਸ਼ਨ ਦਿੰਦਾ ਤਾਂ ਸਾਧੂਆਂ ਨੂੰ ਵੀ ਨਹੀਂ ਦਿੰਦਾ। ਜਦੋਂ ਦੇਣੇ ਆ ਤਾਂ ਫਿਰ ਰੰਗ ਰੂਪ ਨਹੀਂ ਦੇਖਦਾ, ਜ਼ਮੀਨਾਂ ਜਾਇਦਾਦਾਂ ਨਹੀਂ ਦੇਖਦਾ,